ਡੀਅਰ ਸਟੂਡੈਂਟਸ, ਅੱਜ ਦੇ ਫਿਜ਼ਿਕਸ ਦੇ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ। ਅੱਜ ਤੋਂ ਪਹਿਲਾਂ ਆਪਾਂ ਡਾਇਮੈਂਸ਼ਨਲ ਐਨਾਲਿਸਿਸ ਦੇ ਵਿੱਚ ਇਹ ਦੇਖਿਆ ਸੀ ਕਿ ਵਿਦ ਦੀ ਹੈਲਪ ਆਫ ਡਾਇਮੈਂਸ਼ਨਲ ਐਨਾਲਿਸਿਸ ਕਿਵੇਂ ਅਸੀਂ ਕਿਸੇ ਫਾਰਮੂਲੇ ਦੀ ਕਰੈਕਟਨੈਸ ਚੈੱਕ ਕਰ ਸਕਦੇ ਹਾਂ, ਕਿਵੇਂ ਅਸੀਂ ਕਿਸੇ ਫਾਰਮੂਲੇ ਨੂੰ ਡਰਾਈਵ ਕਰ ਸਕਦੇ ਹਾਂ ਜੇਕਰ ਸਾਨੂੰ ਕੋਈ ਸੈੱਟ ਆਫ ਆਬਜ਼ਰਵੇਸ਼ਨਸ ਦਾ ਪਤਾ ਹੋਵੇ। ਤੇ ਅੱਜ ਅਸੀਂ ਇਹ ਦੇਖਾਂਗੇ ਕਿ ਡਾਇਮੈਂਸ਼ਨਲ ਐਨਾਲਿਸਿਸ ਦੇ ਨਾਲ ਅਸੀਂ ਕਿਵੇਂ ਇੱਕ ਸਿਸਟਮ ਆਫ ਯੂਨਿਟਸ ਤੋਂ ਦੂਸਰੇ ਸਿਸਟਮ ਆਫ ਯੂਨਿਟਸ ਦੇ ਵਿੱਚ ਕਿਸੇ ਫਿਜ਼ੀਕਲ ਕੁਆਂਟੀਟੀ ਦੀ ਮੇਜਰਮੈਂਟ ਨੂੰ ਲਿਖ ਸਕਦੇ ਹਾਂ। ਸੋ ਫਸਟ ਆਫ ਆਲ ਅਸੀਂ ਇੱਕ ਜਨਰਲ ਫਾਰਮੂਲਾ ਡਰਾਈਵ ਕਰਦੇ ਹਾਂ ਕਿ ਜੇਕਰ ਸਾਡੇ ਕੋਲ ਕੋਈ ਫਿਜ਼ੀਕਲ ਕੁਆਂਟੀਟੀ x ਹੋਵੇ ਅਤੇ ਉਸ ਨੂੰ ਅਸੀਂ ਮੇਜਰ ਕੀਤਾ ਹੋਵੇ ਕਿਸੇ ਯੂਨਿਟ ਦੇ ਵਿੱਚ, ਸਿਸਟਮ ਆਫ ਯੂਨਿਟ ਦੇ ਵਿੱਚ, ਜਿਹਨੂੰ ਅਸੀਂ U1 ਦਾ ਨਾਮ ਦੇ ਦਿੰਦੇ ਹਾਂ, ਅਤੇ ਉਹ ਸਿਸਟਮ ਆਫ ਯੂਨਿਟਸ ਦੇ ਵਿੱਚ ਇਸ ਯੂਨਿਟ ਦੀਆਂ ਰੈਪੀਟੀਸ਼ਨ ਸਪੋਜ਼ ਕਰ ਲਈਏ N1 ਹੋਣ, ਅਤੇ ਇਹਨੂੰ ਅਸੀਂ ਕਿਸੇ ਹੋਰ ਸਿਸਟਮ ਆਫ ਯੂਨਿਟ ਦੇ ਵਿੱਚ ਕਨਵਰਟ ਕਰਨਾ ਹੋਵੇ। ਹੁਣ ਜੇਕਰ ਸਿਸਟਮ ਆਫ ਯੂਨਿਟ ਕੋਈ ਹੋਰ ਹੋਵੇ, ਸਪੋਜ਼ ਕਰੋ U2 ਕੋਈ ਹੋਰ ਸਿਸਟਮ ਆਫ ਯੂਨਿਟ ਹੈ, ਤਾਂ ਹੋ ਸਕਦਾ ਇਹ ਸਿਸਟਮ ਆਫ ਜਿਹੜੀ ਯੂਨਿਟ ਆ ਇਹ ਵੱਡਾ ਹੋਵੇ U1 ਨਾਲੋਂ, ਅਤੇ ਜੇਕਰ U2 ਵੱਡਾ ਹੋਵੇ U1 ਨਾਲੋਂ ਤਾਂ ਸਾਡੇ ਕੋਲੇ N2 ਵਿਲ ਬੀ ਲੈਸ ਦੈਨ N1, ਪਰ ਕੁਆਂਟਿਟੀ ਸਾਡੀ ਉਹੀ ਸੇਮ ਰਹੇਗੀ ਕਿਉਂਕਿ ਉਸੇ ਕੁਆਂਟਿਟੀ ਨੂੰ ਅਸੀਂ ਸਿਰਫ ਕਨਵਰਟ ਕਰਨਾ ਹੈ ਇੱਕ ਸਿਸਟਮ ਆਫ ਯੂਨਿਟ ਤੋਂ ਦੂਸਰੇ ਦੇ ਵਿੱਚ। ਸੋ ਇਹਦਾ ਮਤਲਬ ਇਹ ਹੋਇਆ ਵੀ N1 U1 ਵਿਲ ਬੀ ਇਕੁਅਲ ਟੂ N2 U2। ਹੁਣ ਡਾਇਮੈਂਸ਼ਨਲ ਐਨਾਲਿਸਿਸ ਦੀ ਹੈਲਪ ਇੱਥੇ ਅਸੀਂ ਕਿਵੇਂ ਲੈਣੀ ਆ? ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਕੁਆਂਟਿਟੀ ਨੂੰ ਇਹ N1 U1 ਰਿਪਰੈਜ਼ੈਂਟ ਕਰਦੀ ਹੈ ਉਸ ਦੀਆਂ ਡਾਇਮੈਂਸ਼ਨਸ ਕੀ ਨੇ। ਪਹਿਲੇ ਸਿਸਟਮ ਆਫ ਯੂਨਿਟ ਦੇ ਵਿੱਚ ਮੰਨ ਲਈ ਉਹਦੀਆਂ ਡਾਇਮੈਂਸ਼ਨਸ ਹਨ M1 ਰੇਜ਼ ਟੂ ਪਾਵਰ A, L1 ਰੇਜ਼ ਟੂ ਪਾਵਰ B, T1 ਰੇਜ਼ ਟੂ ਪਾਵਰ C। N1 ਇੱਥੇ ਉਸੇ ਤਰ੍ਹਾਂ ਇਹਦੇ ਸਾਹਮਣੇ ਆ ਜਾਏਗਾ। ਇਟ ਵਿਲ ਬੀ ਇਕੁਅਲ ਟੂ N2 ਸੈਕੰਡ ਸਿਸਟਮ ਆਫ ਯੂਨਿਟ ਜਿਸ ਦੇ ਵਿੱਚ ਅਸੀਂ ਇਸ ਦਾ N2 ਫਾਈਂਡ ਕਰਾਂਗੇ। ਇਟ ਵਿਲ ਬੀ M2 ਰੇਜ਼ ਟੂ ਪਾਵਰ A, L2 ਰੇਜ਼ ਟੂ ਪਾਵਰ B ਐਂਡ T2 ਰੇਜ਼ ਟੂ ਪਾਵਰ C। ਹੁਣ ਅਸੀਂ N2 ਫਾਈਂਡ ਕਰਨਾ ਹੈ, ਤਾਂ N2 ਫਾਈਂਡ ਕਰਨ ਦੇ ਲਈ ਅਸੀਂ ਇੱਧਰਲੇ ਰਾਈਟ ਹੈਂਡ ਸਾਈਡ ਪਾਸੇ ਤੋਂ ਆਹ ਵਾਲਾ ਫੈਕਟਰ ਸਾਰਾ ਇਹਦੇ ਨੀਚੇ ਲੈ ਆਵਾਂਗੇ। ਸੋ N2 ਵਿਲ ਬੀ ਇਕੁਅਲ ਟੂ N1 M1 ਰੇਜ਼ ਟੂ ਪਾਵਰ A, L1 ਰੇਜ਼ ਟੂ ਪਾਵਰ B, T1 ਰੇਜ਼ ਟੂ ਪਾਵਰ C ਡਿਵਾਈਡਡ ਬਾਏ M2 ਰੇਜ਼ ਟੂ ਪਾਵਰ A, L2 ਰੇਜ਼ ਟੂ ਪਾਵਰ B and T2 ਰੇਜ਼ ਟੂ ਪਾਵਰ C। So this becomes our general formula for conversion of one system of units into another। ਹੁਣ ਇਹਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ ਅਸੀਂ ਇੱਕ ਐਗਜ਼ਾਮਪਲ ਚੂਜ਼ ਕਰਦੇ ਹਾਂ। ਸਪੋਜ਼ ਕਰੋ ਸਾਡੇ ਕੋਲ ਕਿਸੇ ਬੋਡੀ ਦੀ ਡੈਂਸਿਟੀ ਗਿਵਨ ਹੈ। ਸਪੋਜ਼ ਕਰੀਏ ਡੈਂਸਿਟੀ ਆਫ ਏ ਬੋਡੀ is given to us in CGS system 8 grams per centimeter cube। ਹੁਣ CGS ਸਿਸਟਮ ਦੇ ਵਿੱਚੋਂ ਅਸੀਂ ਕਿਸੇ ਹੋਰ ਸਿਸਟਮ ਦੇ ਵਿੱਚ ਕਨਵਰਟ ਕਰਨਾ। ਇੱਥੇ ਅਸੀਂ ਕਿਸੇ ਵੀ ਸਿਸਟਮ ਦੇ ਵਿੱਚ ਯੂਨਿਟਸ ਨੂੰ ਚੇਂਜ ਕਰ ਸਕਦੇ ਹਾਂ। ਮੰਨ ਲਓ ਆਪਾਂ ਆਪਣੇ ਵੱਲੋਂ ਹੀ ਕੋਈ ਆਰਬਿਟਰੇਰੀ ਸਿਸਟਮ ਚੂਜ਼ ਕਰ ਲੈਂਦੇ ਹਾਂ ਜਿਹਦੇ ਵਿੱਚ ਸਾਨੂੰ ਮਾਸ, ਲੈਂਥ ਅਤੇ ਟਾਈਮ, ਮਾਸ ਦੀ ਯੂਨਿਟ ਸਾਨੂੰ ਸਪੋਜ਼ ਕਰੀਏ 20 ਗ੍ਰਾਮਸ ਦਿੱਤੀ ਹੋਵੇ, ਲੈਂਥ ਦੀ ਯੂਨਿਟ ਸਾਨੂੰ 5 ਸੈਂਟੀਮੀਟਰ ਦਿੱਤੀ ਹੋਵੇ, ਅਤੇ ਟਾਈਮ ਸਾਡੇ ਕੋਲ ਸੈਕਿੰਡ ਦੇ ਵਿੱਚ ਹੀ ਹੋਵੇ। ਟਾਈਮ ਹਮੇਸ਼ਾ ਸਾਨੂੰ ਕਿਸੇ ਵੀ ਸਿਸਟਮ ਦੇ ਵਿੱਚ ਆਪਾਂ ਜੇ ਦੇਖੀਏ ਸੈਕਿੰਡ ਦੇ ਵਿੱਚ ਹੀ ਮਿਲੇਗਾ। ਤੋ CGS ਸਿਸਟਮ ਦੇ ਵਿੱਚ ਜੋ M, L ਅਤੇ T ਹਨ, ਇਹਨਾਂ ਨੂੰ ਅਸੀਂ M1, L1 ਅਤੇ T1 ਕਹਿ ਦਿੰਦੇ ਹਾਂ। ਤੋ ਮਾਸ ਨੂੰ ਅਸੀਂ ਗ੍ਰਾਮ ਦੇ ਵਿੱਚ 1 ਗ੍ਰਾਮ ਦੇ ਵਿੱਚ ਮੇਜਰ ਕਰਦੇ ਹਾਂ, ਲੈਂਥ ਨੂੰ ਅਸੀਂ 1 ਸੈਂਟੀਮੀਟਰ 'ਚ ਮੇਜਰ ਕਰਦੇ ਹਾਂ, ਅਤੇ ਟਾਈਮ ਨੂੰ ਅਸੀਂ ਸੈਕਿੰਡ ਦੇ ਵਿੱਚ। ਸੋ ਇੱਥੇ ਅਸੀਂ 2 ਲਿਖ ਦੇਵਾਂਗੇ ਕਿਉਂਕਿ ਅਸੀਂ ਇਸ ਸਿਸਟਮ ਤੋਂ ਇਸ ਸਿਸਟਮ ਦੇ ਵਿੱਚ ਜਾਣਾ ਹੈ। ਬੇਟੇ ਇਹ ਕੋਈ ਰੈਕੋਗਨਾਈਜ਼ ਸਿਸਟਮ ਨਹੀਂ ਹੈ, ਇਹ ਅਸੀਂ ਸਿਰਫ ਆਪਣੇ ਵੱਲੋਂ ਹੀ ਬਣਾਇਆ ਹੋਇਆ ਇੱਕ ਸਿਸਟਮ ਮੰਨ ਲਿਆ ਹੈ ਕਿ ਜਿਹਦੇ ਵਿੱਚ ਅਸੀਂ ਮਾਸ ਨੂੰ 20 ਗ੍ਰਾਮ ਦੀ ਇੱਕ ਯੂਨਿਟ ਦੇ ਹਿਸਾਬ ਨਾਲ ਮੰਨਾਂਗੇ, ਲੈਂਥ ਨੂੰ 5 ਸੈਂਟੀਮੀਟਰ ਦੀ ਯੂਨਿਟ ਦੇ ਹਿਸਾਬ ਨਾਲ ਮੰਨਾਂਗੇ। ਮਤਲਬ ਅਸੀਂ ਆਪਣਾ ਹੀ ਸਿਸਟਮ ਇੱਕ ਬਣਾ ਲਿਆ ਹੈ, ਅਤੇ ਅਸੀਂ ਇਹ ਦੇਖਾਂਗੇ ਕਿ 8 ਗ੍ਰਾਮ ਪਰ ਸੈਂਟੀਮੀਟਰ ਕਿਊਬ ਨੂੰ ਇਸ ਨਵੇਂ ਆਰਬਿਟਰੀ ਸਿਸਟਮ ਆਫ ਯੂਨਿਟਸ ਦੇ ਵਿੱਚ ਕਿਵੇਂ ਲਿਖਿਆ ਜਾਊਗਾ। ਭਾਵ ਅਸੀਂ N2 ਫਾਈਂਡ ਕਰਾਂਗੇ
ਵੀ ਵਿਲ ਕੈਲਕੂਲੇਟ N2 ਕਿ ਜੋ ਨਵਾਂ ਸਿਸਟਮ ਆਫ ਯੂਨਿਟ ਅਸੀਂ ਸੋਚਿਆ ਹੈ ਉਹਦੇ ਵਿੱਚ ਉਸ ਸਿਸਟਮ ਆਫ ਯੂਨਿਟ ਨੂੰ ਇਸ ਕੁਆਂਟਿਟੀ ਨੂੰ ਕਿਵੇਂ ਲਿਖਿਆ ਜਾਊਗਾ। ਸੋ ਦੇਖੀਏ ਅਕੋਰਡਿੰਗ ਟੂ ਦੀ ਫਾਰਮੂਲਾ N2 ਇਜ਼ ਇਕੁਅਲ ਟੂ N1 M1 रेज टू पावर A, L1 रेज टू पावर B, T1 रेज टू पावर C और डिवाइडेड बाय M2 रेज टू पावर A, L2 रेज टू पावर B, T2 रेज टू पावर C। ਹੁਣ ਅਸੀਂ ਇੱਥੇ A, B ਤੇ C ਦੀਆਂ ਵੈਲਿਊਜ਼ ਫਾਈਂਡ ਕਰਾਂਗੇ। ਸੋ ਡੈਂਸਿਟੀ ਵਾਸਤੇ A, B, C ਵੈਲਿਊਜ਼ ਫਾਈਂਡ ਕਰਨ ਲਈ ਸਾਨੂੰ ਪਤਾ ਹੋਣਾ ਚਾਹੀਦਾ ਵੀ ਡੈਂਸਿਟੀ ਦਾ ਡਾਇਮੈਂਸ਼ਨਲ ਫਾਰਮੂਲਾ ਕੀ ਹੈ। ਸੋ ਇਹਨੂੰ ਕੈਲਕੂਲੇਟ ਕਰਨ ਦੇ ਲਈ ਸੋ ਡੈਂਸਿਟੀ ਜੋ ਹੈ ਸਾਨੂੰ ਪਤਾ ਹੈ ਇਹ ਮਾਸ ਪਰ ਯੂਨਿਟ ਵੋਲਿਊਮ ਹੁੰਦੀ ਹੈ। ਸੋ ਇਹਦਾ ਮਤਲਬ ਡਾਇਮੈਂਸ਼ਨਲ ਫਾਰਮੂਲਾ ਕੀ ਬਣ ਗਿਆ, M ਸਟੈਂਡਸ ਫॉर ਮਾਸ, वॉल्यूम है लेंथ क्यूब, सो M1 L -3 क्योंकि 3 उपर जाके -3 हो गया तो सैकेंड इत्थे है नहीं गा, सो टाइम इज़ 0, सो M L -3 T 0। ਇਹਦਾ मतलब साडे कोले A ਦੀ वैल्यू आ गई है 1, B ਦੀ वैल्यू आ गई है -3 ਅਤੇ C ਦੀ वैल्यू आ गई है 0। ਹੁਣ ਇਸ ਫਾਰਮੂਲੇ ਦੇ ਵਿੱਚ ਅਸੀਂ ਵੈਲਿਊਜ਼ ਪੁੱਟ ਕਰੀਏ N2 ਇਕੁਅਲਸ N1, N1 ਹੈ ਸਾਡੇ ਕੋਲੇ 8, M1 is 1 gram, raised to power A it is 1, L1 is 1 centimeter and time is second, and B is -3, so again for M2 is 20 gram and L is 5 centimeter and second is so second raised to power 0। so ਇਹਨੂੰ ਅਸੀਂ ਸੌਖੇ ਤਰੀਕੇ ਨਾਲ ਲਿਖ ਲਈਏ 1 ग्राम अपॉन 20 ग्राम रेज टू पावर 1, 1 सेंटीमीटर अपॉन 5 सेंटीमीटर रेज टू पावर -3 एंड सेकेंड ओवर सेकेंड रेज टू पावर 0। ਹੁਣ ਇਹਨੂੰ ਸੋਲਵ ਕਰਨ ਦੇ ਲਈ ਕਲੀਅਰਲੀ ਅਸੀਂ ਦੇਖ ਸਕਦੇ ਹਾਂ ਵੀ ਗ੍ਰਾਮ ਤੇ ਗ੍ਰਾਮ ਇੱਥੇ ਕੈਂਸਲ ਆਊਟ ਹੋ ਜਾਣਗੇ ਆ। ਸੋ we are left with 1/20, 1/5 raised to power -3। ਇੱਥੇ ਕਿਉਂਕਿ ਸੈਕਿੰਡ ਓਵਰ ਸੈਕਿੰਡ ਦੀ ਪਾਵਰ 0 ਹੈ, ਸੋ ਐਨੀਥਿੰਗ ਰੇਜ਼ ਟੂ ਪਾਵਰ 0 ਇਜ਼ 1, ਸੋ ਇਸ ਲਈ ਅਸੀਂ ਇਹਨੂੰ ਓਮਿਟ ਕਰ ਦਿਆਂਗੇ। ਨਾਓ N2 ਵਿਲ ਬੀ 8 into 1/20, ਇੱਥੇ 1/5 ਦੀ ਪਾਵਰ -3 ਹੈ, तो जेकर असी इनू रेसिप्रोकेट कर दिए तो इट विल बी 5 रेज टू पावर 3। लो जी सॉल्व करिए 8 टाइम्स 5 टाइम्स 5 टाइम्स 5 डिवाइडेड बाय 20। सो इनू कट देंगे 5 4 दा 20, 4 2 दा 8, 5 5 दा 25 टाइम्स 2 50। सो देयरफॉर वी गॉट N2 equals to 50 units। यूनिट साड़ियाँ किहड़ियां ने 50 यूनिट्स हैगियां साड़ियां 20 ग्राम मास दियां एंड 5 सेंटीमीटर लेंथ दियां। सो ਇਹਦਾ मतलब साड़ी डेंसिटी जो सीगी 8 ग्राम्स पर सेंटीमीटर क्यूब, ਇਹਨੂੰ ਅਸੀਂ लिख सकते हैं 50 टाइम्स लाइक दिस। सो इस तरीके नाल ਅਸੀਂ कोई भी सिस्टम चूज कर सकते हैं अपना। ਤੁਸੀਂ ਵੀ ਆਪਣੀ ਮਰਜ਼ੀ ਦੇ ਨਾਲ ਕੋਈ ਸਿਸਟਮ ਚੂਜ਼ ਕਰਕੇ ਜਿਸ ਵਿੱਚ ਤੁਸੀਂ ਮਾਸ ਲੈਂਥ ਤੇ ਟਾਈਮ ਨੂੰ ਆਪਣੀਆਂ ਯੂਨਿਟਸ ਮੰਨ ਕੇ ਤੋਂ ਕਿਸੇ ਨੋਨ ਕੁਆਂਟੀਟੀ ਨੂੰ ਉਹਦੇ ਵਿੱਚ ਚੇਂਜ ਕਰਕੇ ਦੇਖ ਸਕਦੇ ਹੋ ਫਾਰ ਪ੍ਰੈਕਟਿਸ। ਬੇਟੇ ਹੁਣ ਅਸੀਂ ਦੇਖਾਂਗੇ ਕਿ ਜਿਹੜੇ ਸਾਡੇ ਕੋਲੇ ਨੋਨ ਸਿਸਟਮ ਆਫ ਯੂਨਿਟਸ ਨੇ ਜਿਵੇਂ CGS, SI, MKS, ਉਸ ਦੇ ਵਿੱਚ ਅਸੀਂ ਕਿਵੇਂ ਸੌਖੇ ਤਰੀਕੇ ਦੇ ਨਾਲ ਯੂਨਿਟਸ ਨੂੰ ਲਿਖ ਸਕਦੇ ਹਾਂ। ਇਸ ਤੋਂ ਪਹਿਲਾਂ
ਕਿ ਆਪਾਂ ਸਿਸਟਮ ਆਫ ਯੂਨਿਟਸ ਨੂੰ ਚੇਂਜ ਕਰਨਾ ਸਿੱਖੀਏ, ਸਾਨੂੰ ਪਤਾ ਹੋਣਾ ਚਾਹੀਦਾ ਹੈ ਕੁਝ ਨੰਬਰਸ ਦੇ ਪ੍ਰੀਫਿਕਸਸ। ਜਿਵੇਂ ਜਦੋਂ ਆਪਾਂ ਕੋਈ ਮੇਜਰਮੈਂਟ ਕਰਦੇ ਹਾਂ ਤਾਂ ਸਾਨੂੰ ਉਹਦੇ ਵਿੱਚ ਵੈਲਿਊਜ਼ ਛੋਟੀ ਤੋਂ ਛੋਟੀਆਂ ਵੀ ਆਉਂਦੀਆਂ ਹਨ, ਜਿਹੜੀਆਂ ਕਿ ਐਟਮ ਦੇ ਸਾਈਜ਼ਸ ਦੀਆਂ ਹੋਣਗੀਆਂ, ਅਤੇ ਵੱਡੀਆਂ ਤੋਂ ਵੱਡੀਆਂ ਵੀ ਆ ਸਕਦੀਆਂ ਨੇ, ਜਿਹੜੀਆਂ ਸਾਡੀਆਂ ਯੂਨੀਵਰਸ ਤੱਕ ਦੇ ਸਾਈਜ਼ ਦੀਆਂ ਹੋ ਸਕਦੀਆਂ ਨੇ। ਤਾਂ ਆਪਾਂ ਇਹ ਦੇਖੀਏ ਬਈ 10⁻1 ਹੈ, ਜਿਸ ਨੂੰ ਅਸੀਂ 10 ਕਹਿੰਦੇ ਹਾਂ, ਇਹਨੂੰ ਸਾਇੰਟੀਫਿਕ ਭਾਸ਼ਾ ਦੇ ਵਿੱਚ ਅਸੀਂ ਡੈਕਾ ਬੋਲਦੇ ਹਾਂ, ਐਂਡ ਇਟਸ ਸਿੰਬਲ ਇਜ਼ DA। ਇਸ ਤੋਂ ਉੱਪਰ ਸਾਡੇ ਕੋਲ 10⁻2 ਜੋ ਕਿ 100 ਹੈ। 100 ਨੂੰ ਅਸੀਂ ਇੰਗਲਿਸ਼ 'ਚ ਕਹਿੰਦੇ ਹਾਂ, ਪਰ ਸਾਇੰਟੀਫਿਕ ਭਾਸ਼ਾ ਦੇ ਵਿੱਚ ਇਹਨੂੰ ਅਸੀਂ ਕਹਾਂਗੇ ਹੈਕਟੋ। ਤੋ ਸਿੰਬਲ ਹੈ ਇਸ ਦਾ H। ਇਸੇ ਤਰ੍ਹਾਂ 10⁻3 ਜਿਸ ਨੂੰ ਅਸੀਂ 1000 ਕਹਿੰਦੇ ਹਾਂ, ਤੋ ਸਾਇੰਟੀਫਿਕ ਜੋ ਲੈਂਗੁਏਜ ਹੈ ਉਸ ਦੇ ਵਿੱਚ ਇਹਨੂੰ ਕਿਹਾ ਜਾਂਦਾ ਹੈ ਕਿਲੋ। ਕਿਲੋ ਸਟੈਂਡਸ ਫਾਰ ਕੇ। ਆਮ ਤੌਰ ਦੇ ਉੱਤੇ ਬੇਟੇ ਜਦੋਂ ਆਪਾਂ ਸਬਜ਼ੀ ਤੁਸੀਂ ਲੈਣ ਜਾਂਦੇ ਹੋ, ਕਦੇ ਆਪਾਂ ਕਹਿੰਦੇ ਹਾਂ 2 ਕਿਲੋ ਪਿਆਜ਼ ਦੇ 2 ਕਿਲੋ ਆਲੂ ਦੇ ਤਾਂ ਕਿਲੋ ਦਾ ਮਤਲਬ ਕੀ ਹੁੰਦਾ ਐਕਚੁਅਲੀ 1000। ਅਸੀਂ ਸਾਰੇ ਉਹਨੂੰ ਗਲਤ ਪ੍ਰੋਨਾਊਂਸ ਕਰਦੇ ਹਾਂ। ਐਕਚੁਅਲੀ ਉਦੋਂ ਸਾਨੂੰ ਕਹਿਣਾ ਚਾਹੀਦਾ ਕਿਲੋਗ੍ਰਾਮ। ਸੋ ਕਿਲੋ ਦਾ ਸਿਰਫ ਮਤਲਬ ਕਿੰਨਾ ਹੁੰਦਾ ਹੈ 1000। ਇਸੇ ਤਰ੍ਹਾਂ ਜਦੋਂ ਸੰਨ 2000 ਚੜ੍ਹਿਆ ਸੀ 1999 ਤੋਂ ਬਾਅਦ, ਤਾਂ ਉਦੋਂ 2000 ਨੂੰ ਅਸੀਂ Y2K ਕਿਹਾ ਸੀ। 2K ਦਾ ਮਤਲਬ Y ਮੀਨਸ ਈਅਰ, 2K ਮੀਨਸ 2000। ਸੋ ਇਸ ਤਰ੍ਹਾਂ ਅਸੀਂ ਯਾਦ ਰੱਖਣਾ ਹੈ ਕਿ ਕਿਲੋ ਦਾ ਮਤਲਬ ਸਿਰਫ ਕੀ ਹੁੰਦਾ 1000। ਇਸ ਤੋਂ ਉੱਪਰ ਆਉਂਦਾ ਹੈ ਸਾਡੇ ਕੋਲ 10⁻6। 10⁻6 ਦਾ ਮਤਲਬ 10 ਲੱਖ। ਇੱਕ ਦੇ ਨਾਲ 6 ਜ਼ੀਰੋਆਂ। ਇਹਨੂੰ ਅਸੀਂ ਸਾਇੰਟੀਫਿਕ ਲੈਂਗੁਏਜ ਦੇ ਵਿੱਚ ਮੈਗਾ ਬੋਲਦੇ ਹਾਂ। ਮੈਗਾ, ਜਿਵੇਂ ਤੁਸੀਂ ਸਾਰੇ ਫੈਮੀਲੀਅਰ ਹੋ, ਡਾਟਾ ਦੇ ਕਾਰਡਸ ਆਪਾਂ ਕਹਿੰਦੇ ਹਾਂ ਇੰਨੇ ਮੈਗਾਬਾਈਟ ਦੀ ਫਾਈਲ ਆ। ਸੋ ਮੈਗਾ ਮੀਨਸ 10⁻6। ਇਹਨੂੰ ਅਸੀਂ ਮਿਲੀਅਨ ਵੀ ਕਹਿ ਸਕਦੇ ਹਾਂ। ਸੋ ਦੋਨੇ ਵਰਡਸ ਦੇ ਨਾਲ ਬੋਲ ਸਕਦੇ ਹਾਂ, ਮੈਗਾ ਵੀ ਬੋਲ ਸਕਦੇ ਹਾਂ, ਮਿਲੀਅਨ ਵੀ ਬੋਲ ਸਕਦੇ ਹਾਂ। ਸਿੰਬਲ ਸਟੈਂਡਸ ਓਨਲੀ ਐਟ, ਸਿੰਬਲ ਹਮੇਸ਼ਾ M ਹੀ ਰਹੇਗਾ। ਇਸ ਤੋਂ ਬਾਅਦ 10⁻9, ਇੱਕ ਦੇ ਨਾਲ 9 ਸਿਫਰਾਂ ਲੱਗੀਆਂ ਹੋਈਆਂ। ਸੋ 10⁻9 ਨੂੰ ਅਸੀਂ ਕਹਿੰਦੇ ਹਾਂ ਗੀਗਾ। ਸੋ ਗੀਗਾ ਨਾਲ ਵੀ ਤੁਸੀਂ ਹੁਣ ਫੈਮੀਲੀਅਰ ਹੋ, ਕਿਉਂਕਿ ਇਹ ਵੀ ਜੋ ਸਾਡੇ ਇਲੈਕਟ੍ਰੋਨਿਕਸ ਦੇ ਸਟੋਰੇਜ ਡਿਵਾਈਸਿਸ ਨੇ ਉਹਦੇ ਵਿੱਚ ਆਪਾਂ ਗੀਗਾਬਾਈਟ ਨੇਮ ਯੂਜ਼ ਕਰਦੇ ਹਾਂ। ਤਾਂ ਗੀਗਾ ਮੀਨਸ 10⁻9, ਅਤੇ ਬਾਈਟ ਦਾ ਮਤਲਬ ਜਿੰਨੇ ਉਹਦੀਆਂ ਸਪੇਸ ਪੋਕਟਸ ਹੈਗੀਆਂ ਨੇ, ਸੋ ਉਹਨੂੰ ਅਸੀਂ ਗੀਗਾਬਾਈਟਸ ਕਹਿ ਸਕਦੇ ਹਾਂ। ਸੋ ਇਸੇ ਤਰ੍ਹਾਂ 10⁻12। ਸੋ 10⁻12 ਇਜ਼ ਟੈਰਾ। ਸੋ ਟੈਰਾ ਸਿੰਬਲ ਇਜ਼ T। ਸੋ ਟੈਰਾਬਾਈਟ ਨਾਲ ਵੀ ਤੁਸੀਂ ਫੈਮੀਲੀਅਰ ਹੋ। ਸੋ ਟੈਰਾ ਦਾ ਮਤਲਬ ਹੁੰਦਾ 10⁻12। ਸੋ ਇਸੇ ਤਰ੍ਹਾਂ 10⁻15। 15 ਨੂੰ ਅਸੀਂ ਕਹਿੰਦੇ ਹਾਂ ਜੀ ਪੀਟਾ। 10⁻15 ਇਜ਼ ਕਾਲਡ ਪੀਟਾ ਐਂਡ ਦੀ ਨੋਟੇਸ਼ਨ ਇਜ਼ ਕੈਪੀਟਲ P। ਇਸ ਤੋਂ ਬਾਅਦ 10⁻18 ਪੀਟਾ ਐਗਜ਼ਾ। ਸੋ ਇਹਨੂੰ ਅਸੀਂ ਕਹਿੰਦੇ ਹਾਂ ਐਗਜ਼ਾ, ਅਤੇ ਸਿੰਬਲ ਹੈ ਇਸ ਦਾ E। ਸੋ ਅਸੀਂ ਯਾਦ ਰੱਖਣਾ ਹੈ ਡੈਕਾ, ਹੈਕਟੋ, ਕਿਲੋ, ਮੈਗਾ, ਗੀਗਾ, ਟੈਰਾ, ਪੀਟਾ, ਐਗਜ਼ਾ। ਇਹ ਤਾਂ ਸੀਗੇ ਸਾਡੇ ਜੋ ਵੱਡੇ ਤੋਂ ਵੱਡੇ ਨੰਬਰਸ। ਹੁਣ ਅਸੀਂ ਦੇਖਦੇ ਹਾਂ ਜਿਹੜੇ ਨੰਬਰ ਸਾਡੇ ਛੋਟੇ ਨੇ, ਸਮੋਲੈਸਟ ਨੰਬਰਸ। ਜਿਵੇਂ ਇੱਧਰ 10⁻1 ਤੋਂ ਸ਼ੁਰੂ ਕੀਤਾ ਸੀ, ਤਾਂ ਹੁਣ ਅਸੀਂ ਸ਼ੁਰੂ ਕਰਦੇ ਹਾਂ 10⁻−1 ਤੋਂ। 10⁻−1 ਨੂੰ ਅਸੀਂ 1/10 ਵੀ ਕਹਿ ਸਕਦੇ ਹਾਂ, ਇਹਨੂੰ ਅਸੀਂ 0.1 ਵੀ ਕਹਿ ਸਕਦੇ ਹਾਂ, ਪਰ ਇਹਨੂੰ ਸਾਇੰਟੀਫਿਕ ਲੈਂਗੁਏਜ ਦੇ ਵਿੱਚ ਅਸੀਂ ਬੋਲਦੇ ਹਾਂ ਡੈਸੀ ਐਂਡ ਸਿੰਬਲ ਇਜ਼ D। ਇਸੇ ਤਰ੍ਹਾਂ 10⁻2 ਇਹਨੂੰ ਅਸੀਂ 1/100 ਕਹਿ ਸਕਦੇ ਹਾਂ ਜਾਂ 0.01 ਕਹਿ ਸਕਦੇ ਹਾਂ। ਇਹਨੂੰ ਅਸੀਂ ਕਹਿੰਦੇ ਹਾਂ ਸੈਂਟੀ, ਸਿੰਬਲ ਇਜ਼ C। ਜਦੋਂ ਆਪਾਂ ਆਮ ਤੌਰ 'ਤੇ ਲੈਂਥ ਦੀ ਗੱਲ ਕਰਦੇ ਹਾਂ ਤਾਂ ਆਪਾਂ ਸੈਂਟੀਮੀਟਰ ਮੇਜਰ ਕਰਦੇ ਹਾਂ, ਤਾਂ ਸੈਂਟੀਮੀਟਰ ਦਾ ਮਤਲਬ 1/100th ਆਫ ਏ ਮੀਟਰ। ਇਸ ਤੋਂ ਅੱਗੇ ਆਉਂਦਾ ਹੈ 10⁻³ ਮੀਨਸ 1/1000 ਜਾਂ 0.01
001 ਇਹਨੂੰ ਕਿਹਾ ਜਾਂਦਾ ਹੈ ਮਿਲੀ ਸਮੋਲ m। ਆਪਣੇ ਸਕੇਲ ਦੀ ਸਭ ਤੋਂ ਛੋਟੀ ਜੋ ਯੂਨਿਟ ਹੁੰਦੀ ਹੈ ਜਾਂ ਆਪਾਂ ਉਹਨੂੰ ਕਹਿ ਦਿੰਦੇ ਹਾਂ ਲੀਸਟ ਕਾਊਂਟ ਹੈ ਸਕੇਲ ਦੀ, ਉਹਨੂੰ ਉਹ ਮਿਲੀਮੀਟਰ ਹੁੰਦੀ ਆ। 1 ਮੀਟਰ ਦਾ 1000th ਪਾਥ, ਉਹ ਮਿਲੀ ਦਾ ਮਤਲਬ ਕੀ ਹੁੰਦਾ 1/1000 ਜਾਂ 10⁻³ ਇਸ ਤੋਂ ਬਾਅਦ ਬੇਟੇ ਆਉਂਦਾ ਹੈ 10⁻⁶ 1/10⁶। ਸੋ ਇਹਨੂੰ ਅਸੀਂ ਕਹਿੰਦੇ ਆ ਮਾਈਕਰੋ। ਮਾਈਕਰੋ ਦਾ ਸਿੰਬਲ ਹੈ ਯੂ ਪਾ ਕੇ ਤੇ ਇੱਧਰਲੇ ਪਾਸਿਓਂ ਇਹਨੂੰ ਥੱਲੇ ਨੂੰ ਲਾਈਨ ਖਿੱਚ ਦੇਣੀ ਆ। ਇਹਨੂੰ ਕਿਹਾ ਜਾਂਦਾ ਹੈ ਮਿਊ। ਸੋ 10⁻⁶ ਨੂੰ ਅਸੀਂ ਕਹਾਂਗੇ ਮਾਈਕਰੋ। ਮਿਊ ਇਹਦਾ ਸਿੰਬਲ ਹੈ ਤੇ ਆਮ ਤੌਰ ਦੇ ਉੱਤੇ ਜੋ ਮਿਲੀਮੀਟਰ ਤੋਂ 1000ਵਾਂ ਭਾਗ ਛੋਟਾ ਹੈ ਉਹਨੂੰ ਅਸੀਂ ਮਾਈਕਰੋਮੀਟਰ ਕਹਿੰਦੇ ਹਾਂ। ਇਸੇ ਤਰ੍ਹਾਂ ਅਸੀਂ ਅੱਗੇ ਚੱਲਦੇ ਹਾਂ 10⁻⁹ ਤੇ ਵਿਚ ਇਜ਼ 1/10⁹ ਤੇ ਇਹਨੂੰ ਬੇਟੇ ਅਸੀਂ ਕਹਿੰਦੇ ਹਾਂ ਨੈਨੋ। ਸਿੰਬਲ ਹੈ ਇਹਦਾ ਸਮਾਲ n। ਇਸ ਤੋਂ ਅੱਗੇ 10⁻12 ਸੋ 1/10⁻12 ਇਹਨੂੰ ਕਿਹਾ ਜਾਂਦਾ ਹੈ ਪਿਕੋ। ਸਿੰਬਲ ਹੈ ਇਹਦਾ ਸਮਾਲ p। ਸੋ ਲੈਂਥਸ ਦੇ ਵਿੱਚ ਹੀ 10⁻12 ਮੀਟਰ ਨੂੰ ਅਸੀਂ ਪਿਕੋਮੀਟਰ ਕਹਾਂਗੇ। ਇਸ ਤੋਂ ਬਾਅਦ ਅਸੀਂ ਹੁਣ ਐਟਮਸ ਦੇ ਸਾਈਜ਼ਸ ਦੇ ਵਿੱਚ ਆ ਗਏ ਹਾਂ। -15 10⁻15 ਦੇ ਨੰਬਰ ਨੂੰ ਅਸੀਂ ਕਹਾਂਗੇ ਫੈਮਟੋ। ਸੋ ਸਿੰਬਲ ਹੈ ਇਹਦਾ f। ਸੋ ਜੇਕਰ 10⁻15 ਮੀਟਰ ਲੈਂਥ ਹੋਵੇ ਤਾਂ ਉਹਨੂੰ ਅਸੀਂ ਕਹਾਂਗੇ 1 ਫੈਮਟੋਮੀਟਰ ਜਾਂ ਇਹਨੂੰ ਅਸੀਂ ਕਹਿ ਦਿੰਦੇ ਹਾਂ ਫਰਮੀ। ਸੋ ਇਹਨੂੰ ਫਰਮੀ ਦੇ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤੋਂ ਬਾਅਦ ਆ ਗਿਆ ਸਾਡੇ ਕੋਲ ਜੀ 10⁻18 ਸੋ ਇਟ ਇਜ਼ 1/10⁻18 ਤੋਂ ਇਹਨੂੰ ਕਿਹਾ ਜਾਂਦਾ ਹੈ ਐਟੋ। ATTO ਸਿੰਬਲ ਹੈ ਇਹਦਾ A। ਸੋ ਬੇਟੇ ਇਸ ਤਰੀਕੇ ਦੇ ਨਾਲ ਆਪਾਂ ਛੋਟੇ ਤੋਂ ਛੋਟੇ ਨੰਬਰ 10⁻18 ਇਜ਼ ਦੀ ਸਮੋਲੈਸਟ ਨੰਬਰ ਵੀ ਹੈਵ ਸਟੱਡੀਡ। ਉਸ ਤੋਂ ਬਾਅਦ ਵੱਡੇ ਤੋਂ ਵੱਡੇ ਨੰਬਰ, ਇਹ ਸਾਰੇ ਸਾਨੂੰ ਪਤਾ ਹੋਣੇ ਚਾਹੀਦੇ ਆ ਕਿਉਂਕਿ ਯੂਨਿਟਸ ਦੀ ਕਨਵਰਸ਼ਨ ਦੇ ਵਿੱਚ ਇਹ ਸਾਡੇ ਕੋਲ ਆਉਣਗੇ। ਜਿਵੇਂ ਇੱਕ ਫੈਮਟੋਮੀਟਰ ਲਿਖਿਆ ਹੋਏਗਾ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਫੈਮਟੋ ਕੀ ਹੁੰਦਾ ਹੈ। ਇੱਕ ਪਿਕੋਮੀਟਰ ਲਿਖਿਆ ਹੋਏਗਾ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ 10⁻12 ਮੀਟਰ ਦੀ ਗੱਲ ਹੋ ਰਹੀ ਹੈ। ਸੋ ਇਹਨਾਂ ਨੂੰ ਤੁਸੀਂ ਯਾਦ ਕਰਨ ਦੇ ਲਈ ਤੁਹਾਡੀ ਜੋ NCERT ਦੀ ਬੁੱਕ ਹੈ ਉਸ ਦੇ ਵਿੱਚ ਅਪੈਂਡਿਸਿਸ ਦਿੱਤੀਆਂ ਗਈਆਂ ਨੇ। ਸੋ ਅਪੈਂਡਿਕਸ A2 ਜਿਹੜੀ ਨੀਚੇ ਵਾਲੀ ਹੈ ਉਹ ਇਸ ਟੇਬਲ ਬਣਿਆ ਹੋਇਆ ਹੈ ਤੇ ਤੁਸੀਂ ਇੱਥੋਂ ਇਹਨੂੰ ਯਾਦ ਕਰ ਸਕਦੇ ਹੋ। ਹੁਣ ਅਸੀਂ ਦੇਖਦੇ ਹਾਂ ਕਿ ਕਿਵੇਂ ਅਸੀਂ ਇੱਕ ਸਿਸਟਮ ਆਫ ਯੂਨਿਟਸ ਤੋਂ ਦੂਸਰੇ ਸਿਸਟਮ ਆਫ ਯੂਨਿਟ ਦੇ ਵਿੱਚ ਜਾਣਾ ਹੈ ਜਿਹੜੇ ਕਿ ਸਿਸਟਮ ਸਾਡੇ ਫੈਮੀਲੀਅਰ ਹਨ। ਸੋ ਅਸੀਂ ਇੱਕ ਦੋ ਐਗਜ਼ਾਮਪਲਸ ਦੀ ਹੈਲਪ ਦੇ ਨਾਲ ਬੜੇ ਸੌਖੇ ਤਰੀਕੇ ਦੇ ਨਾਲ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਪਹਿਲਾ ਕੁਐਸਚਨ ਲੈਂਦੇ ਆ, ਕਨਵਰਟ 1 ਨਿਊਟਨ ਟੂ ਡਾਈਨ। ਇਸ ਤੋਂ ਪਹਿਲਾਂ ਕਿ ਅਸੀਂ ਇਸ ਨੂੰ ਕਨਵਰਟ ਕਰੀਏ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਨਿਊਟਨ ਤੇ ਡਾਈਨ ਕਿਸ ਦੇ ਯੂਨਿਟ ਹਨ ਤੇ ਕਿਹੜੇ ਸਿਸਟਮ 'ਚ ਦਿੱਤੇ ਗਏ ਹਨ। ਸੋ ਨਿਊਟਨ ਜੋ ਹੈ ਇਹ ਫੋਰਸ ਦਾ ਯੂਨਿਟ ਹੈ ਤੇ SI ਸਿਸਟਮ ਦੇ ਵਿੱਚ ਨਿਊਟਨ ਹੈ ਤੇ CGS ਸਿਸਟਮ ਦੇ ਵਿੱਚ ਡਾਈਨ ਕਿਹਾ ਜਾਂਦਾ ਹੈ। ਤਾਂ ਹੁਣ ਅਸੀਂ ਇਹ ਦੇਖਦੇ ਹਾਂ ਕਿ ਨਿਊਟਨ ਤਾਂ ਸਾਇੰਟਿਸਟ ਦੇ ਨਾਮ ਦੇ ਨਾਲ ਦਾ ਯੂਨਿਟ ਹੈ ਤਾਂ ਇਸ ਨੂੰ ਅਸੀਂ ਐਲੈਬੋਰੇਟਡ ਫਾਰਮ 'ਚ ਕਿਵੇਂ ਲਿਖ ਸਕਦੇ ਹਾਂ ਕਿਉਂਕਿ ਫੋਰਸ ਹੈ। ਸੋ F = ਮਾਸ ਟਾਈਮਸ ਐਕਸਲਰੇਸ਼ਨ। तो मास ਦੇ ਯੂਨਿਟ ਕੀ ਹੋਣਗੇ SI ਦੇ ਵਿੱਚ ਕਿਲੋਗ੍ਰਾਮ, ਐਕਸਲਰੇਸ਼ਨ ਦੇ ਯੂਨਿਟ ਕੀ ਹੋਣਗੇ ਮੀਟਰ ਪਰ ਸੈਕਿੰਡ ਸਕੁਅਰ। ਇਹਦਾ ਮਤਲਬ ਅਸੀਂ ਚਾਹੇ 1 ਨਿਊਟਨ ਲਿਖੀਏ ਚਾਹੇ ਕਿਲੋਗ੍ਰਾਮ ਮੀਟਰ ਪਰ ਸੈਕਿੰਡ ਸਕੁਅਰ ਲਿਖੀਏ ਇੱਕੋ ਹੀ ਗੱਲ ਆ। ਤਾਂ ਇਹਦਾ ਮਤਲਬ ਅਸੀਂ 1 ਕਿਲੋਗ੍ਰਾਮ ਮੀਟਰ ਪਰ ਸੈਕਿੰਡ ਸਕੁਅਰ ਨੂੰ ਚੇਂਜ ਕਰਨਾ ਹੈ ਇਨ CGS ਸਿਸਟਮ। CGS 'ਚ ਡਾਈਨ ਕੀ ਬਣਿਆ ਫਿਰ
ਗ੍ਰਾਮ ਸੈਂਟੀਮੀਟਰ ਪਰ ਸੈਕਿੰਡ ਸਕੁਅਰ। ਸੋ ਆਓ ਦੇਖੀਏ ਹੁਣ ਅਸੀਂ ਇਹਨੂੰ ਕਿਵੇਂ ਬੜੇ ਸੌਖੇ ਤਰੀਕੇ ਨਾਲ ਲਿਖਦੇ ਹਾਂ। ਹੁਣ ਸਾਨੂੰ ਪਤਾ ਹੈ ਕਿਲੋ ਦਾ ਮਤਲਬ ਕੀ ਹੈ, ਕਿਉਂਕਿ ਹੁਣੇ ਆਪਾਂ ਪੜ੍ਹਿਆ 10⁻³ ਉਸ ਤੋਂ ਬਾਅਦ ਆ ਗਿਆ ਗ੍ਰਾਮ, ਗ੍ਰਾਮ ਨੂੰ ਅਸੀਂ ਉਵੇਂ ਲਿਖ ਲਾਂਗੇ। ਅੱਗੇ ਆ ਗਿਆ ਮੀਟਰ, ਮੀਟਰ ਨੂੰ ਅਸੀਂ ਸੈਂਟੀਮੀਟਰਸ ਦੇ ਵਿੱਚ ਲਿਖਣਾ ਹੈ, ਸੋ ਇਸ ਲਈ 10⁻² ਸੈਂਟੀਮੀਟਰ। ਸੈਕਿੰਡ ਸਾਡੇ ਕੋਲੇ ਉਸੇ ਤਰੀਕੇ ਨਾਲ ਆ ਜਾਏਗਾ, ਕਿਉਂਕਿ ਦੋਨੇ ਸਿਸਟਮਸ ਦੇ ਵਿੱਚ ਸਾਡੇ ਕੋਲੇ ਟਾਈਮ ਦੀ ਯੂਨਿਟ ਸੈਕਿੰਡ ਹੀ ਹੈ। ਸੋ ਹੁਣ ਇਹਨੂੰ ਕੰਬਾਈਨ ਕਰਕੇ ਲਿਖ ਦਈਏ। ਸੋ ਇਟ ਇਜ਼ 10⁻³ ਇੰਟੂ 10⁻² ਗ੍ਰਾਮ ਸੈਂਟੀਮੀਟਰ ਪਰ ਸੈਕਿੰਡ ਸਕੁਅਰ। ਸੋ ਇਟ ਇਜ਼ 10⁵ ਡਾਈਨ। ਸੋ ਇਸ ਤਰ੍ਹਾਂ ਅਸੀਂ 1 ਨਿਊਟਨ ਨੂੰ, ਜੋ ਕਿ SI ਦੇ ਵਿੱਚ ਸੀ, ਇਹਨੂੰ ਅਸੀਂ CGS ਦੇ ਵਿੱਚ ਕਨਵਰਟ ਕਰ ਲਿਆ। ਹੁਣ ਤੁਸੀਂ ਦੇਖਿਆ ਇੱਥੇ ਆਹ ਵਾਲੀ ਜੋ ਚੀਜ਼ ਸੀ, ਇਹਦੇ ਵਿੱਚ N1 ਤੇ U1 ਇੱਥੇ ਨਿਊਟਨ ਸੀ, N1 ਕਿੰਨਾ ਸੀ 1, ਤੇ ਇਹਦੇ ਵਿੱਚ N2 ਤੇ U2 ਸਾਡਾ ਛੋਟਾ ਹੋ ਗਿਆ ਤਾਂ N2 ਕੀ ਹੋ ਗਿਆ, ਵੱਡਾ ਹੋ ਗਿਆ। ਪਰ ਕੁਆਂਟਿਟੀ ਦੀ ਵੈਲਿਊ ਸਾਡੇ ਕੋਲ ਉਨੀਆਂ ਹੀ ਆ, ਚਾਹੇ ਤੁਸੀਂ 1 ਨਿਊਟਨ ਲਿਖਿਆ, ਚਾਹੇ ਤੁਸੀਂ 10⁵ ਡਾਈਨ ਲਿਖਿਆ, ਦੋਨੇ ਚੀਜ਼ਾਂ ਇੱਕੋ ਹੀ ਗੱਲ ਨੂੰ ਦੱਸਦੀਆਂ ਨੇ, ਇੱਕੋ ਹੀ ਕੁਆਂਟਿਟੀ ਦੀ ਮੇਜਰਮੈਂਟ ਹੈ। ਤੋ ਕੁਆਂਟਿਟੀ ਸਾਡੇ ਕੋਲ x ਹੀ ਰਹੀ ਆ, ਪਰ ਪਹਿਲੇ ਸਿਸਟਮ ਆਫ ਯੂਨਿਟ ਦੇ ਵਿੱਚ ਅਸੀਂ ਉਹਨੂੰ 1 ਨਿਊਟਨ ਲਿਖਿਆ ਸੀ, ਦੂਸਰੇ ਸਿਸਟਮ ਆਫ ਯੂਨਿਟ ਦੇ ਵਿੱਚ 10⁵ ਡਾਈਨ ਲਿਖਿਆ ਹੈ। ਸੋ ਇਸੇ ਤਰੀਕੇ ਨਾਲ ਹੁਣ ਅਸੀਂ ਇੱਕ ਹੋਰ ਐਗਜ਼ਾਮਪਲ ਕਰਦੇ ਹਾਂ, ਜਿਹਦੇ ਵਿੱਚ ਸਾਡਾ ਕੁਐਸਚਨ ਕੀ ਹੈ, ਕਨਵਰਟ 1 ਜੂਲ ਟੂ ਅਰਗ। ਹੁਣ ਉਵੇਂ ਹੀ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਾਊਲ ਕਿਸ ਫਿਜ਼ੀਕਲ ਕੁਆਂਟਿਟੀ ਦੇ ਯੂਨਿਟ ਹਨ, ਤੇ ਜਾਊਲ ਹੈ ਜੋ ਸਾਡੇ, ਇਹ ਵਰਕ ਦੇ ਯੂਨਿਟ ਹਨ। ਤੇ ਕਿਉਂਕਿ ਜਾਊਲ ਵੀ ਹੁਣ ਸਾਇੰਟਿਸਟ ਦੇ ਨਾਮ ਦੇ ਨਾਲ ਹੈ, ਸਾਨੂੰ ਇਹਦੀ ਐਲੈਬੋਰੇਸ਼ਨ ਕਰਨੀ ਪਏਗੀ ਕਿ ਇਹ SI ਦੇ ਵਿੱਚ ਕਿਵੇਂ ਲਿਖਿਆ ਜਾਏਗਾ, ਕਿਉਂਕਿ ਵਰਕ ਇਜ਼ F.S, F ਇਜ਼ ਅਗੇਨ ਮਾਸ ਇਨਟੂ ਐਕਸਲਰੇਸ਼ਨ ਇਨਟੂ S ਸਾਡੇ ਕੋਲ ਡਿਸਪਲੇਸਮੈਂਟ ਹੈ, ਤੋਂ ਮਾਸ ਕਿਲੋਗ੍ਰਾਮ ਦੇ ਵਿੱਚ ਦੇਖਾਂਗੇ, ਐਕਸਲਰੇਸ਼ਨ ਮੀਟਰ ਪਰ ਸੈਕਿੰਡ ਸਕੁਅਰ, ਐਂਡ ਸੈਕਿੰਡ ਸਾਡੇ ਕੋਲ ਡਿਸਪਲੇਸਮੈਂਟ ਆ ਜੋ, ਇਹ ਸਾਡੇ ਕੋਲ ਆਏਗੀ ਮੀਟਰ ਦੇ ਵਿੱਚ। ਓਕੇ, ਸੋ ਅਸੀਂ ਹੁਣ ਅਗੇਨ SI ਟੂ CGS ਜਾ ਰਹੇ ਹਾਂ, ਤਾਂ ਇਹਦਾ ਮਤਲਬ 1 ਕਿਲੋਗ੍ਰਾਮ ਮੀਟਰ ਸਕੁਅਰ ਪਰ ਸੈਕਿੰਡ ਸਕੁਅਰ ਨੂੰ ਅਸੀਂ ਲਿਖਣਾ ਹੈ CGS ਦੇ ਵਿੱਚ। ਓਕੇ, ਹੁਣ ਕਿਲੋ ਦੀ ਅਗੇਨ ਵੈਲਿਊ ਪੁੱਟ ਕਰੀਏ 10⁻³ ਮੀਟਰ ਨੂੰ ਸੌਖਾ ਕਰਨ ਲਈ ਮੈਂ ਇੱਥੇ ਇੱਕ ਸਟੈਪ ਹੋਰ ਲਿਖ ਲਾਂਗਾ, ਇਹਨੂੰ ਮੀਟਰ ਗੁਣਾ ਮੀਟਰ ਲਿਖ ਲਾਂਗਾ, ਕਿਉਂਕਿ ਸੈਕਿੰਡ ਅਸੀਂ ਚੇਂਜ ਨਹੀਂ ਕਰਨਾ, ਇਸ ਤਰ੍ਹਾਂ ਇਹਨੂੰ ਉੱਦਾਂ ਹੀ ਲਿਖ ਲਵਾਂਗੇ। ਸੋ 10⁻³ ਪਹਿਲੇ ਮੀਟਰ ਦੀ ਜਗ੍ਹਾ ਦੇ ਉੱਤੇ ਸੈਂਟੀਮੀਟਰ ਲਿਖੀਏ 10⁻² ਸੈਂਟੀਮੀਟਰ, ਦੂਜੇ ਮੀਟਰ ਦੀ ਜਗ੍ਹਾ ਦੇ ਉੱਤੇ ਸੈਂਟੀਮੀਟਰ ਲਿਖੀਏ 10⁻² ਸੈਂਟੀਮੀਟਰ। ਸੋ ਇਨਟੂ ਸੈਕਿੰਡ -2। ਸੋ 10⁻³ 10⁻², 10⁻², ਇੱਥੇ ਸਾਡੇ ਕੋਲੇ ਗ੍ਰਾਮ ਲਿਖਣਾ ਸੀ ਆਪਾਂ। ਓਕੇ, ਸੋ ਗ੍ਰਾਮ ਇਨਟੂ ਸੈਂਟੀਮੀਟਰ ਟਾਈਮ ਸੈਂਟੀਮੀਟਰ, ਇਟ ਇਜ਼ ਸੈਂਟੀਮੀਟਰ ਸਕੁਅਰ ਪਰ ਸੈਕਿੰਡ ਸਕੁਅਰ। ਸੋ ਬੇਟੇ ਆਹ ਵਾਲੀ ਚੀਜ਼ ਸਾਡੇ ਕੋਲ ਕੀ ਬਣ ਜਾਏਗੀ, ਅਰਗ, ਤੇ ਇੱਥੇ ਫੈਕਟਰ ਸਾਡੇ ਕੋਲ ਕਿੰਨਾ ਆ ਜਾਏਗਾ 10⁻⁷। ਸੋ ਇਹਦਾ ਮਤਲਬ 1 ਜੂਲ ਇਕੁਅਲ ਟੂ 10⁻⁷ ਅਰਗ। ਅਗੇਨ ਅਸੀਂ ਦੇਖਿਆ ਕਿ ਪਹਿਲੇ ਸਿਸਟਮ ਆਫ ਯੂਨਿਟ ਦੇ ਵਿੱਚ ਕੰਪੇਅਰ ਕਰੀਏ ਇਹਨੂੰ N1 U1 ਨੂੰ N2 U2 ਦੇ ਨਾਲ, ਪਹਿਲੇ ਸਿਸਟਮ ਆਫ ਯੂਨਿਟ ਦੇ ਵਿੱਚ SI ਦੇ ਵਿੱਚ ਜਾਊਲ ਸਾਡਾ U1 ਸੀ ਤੇ N1 ਦੀ ਵੈਲਿਊ ਕਿੰਨੀ ਸੀ 1। ਹੁਣ ਅਸੀਂ ਛੋਟਾ ਯੂਨਿਟ ਲਿਆ, CGS ਜੇ ਸਮੋਲਰ ਸਿਸਟਮ ਆਫ ਯੂਨਿਟ, ਛੋਟਾ ਯੂਨਿਟ ਲਿਆ U2, ਇਸ ਕਰਕੇ ਸਾਨੂੰ N2 ਦੀ ਵੈਲਿਊ ਕਿੰਨੀ ਹੋ ਗਈ 10⁻⁷। ਪਰ ਅਗੇਨ ਯਾਦ ਰੱਖਣਾ ਹੈ ਕਿ ਚਾਹੇ ਅਸੀਂ 1 ਜਾਊਲ ਲਿਖੀਏ, ਚਾਹੇ ਅਸੀਂ 10⁻⁷ ਅਰਗ ਲਿਖੀਏ, ਗੱਲ ਅਸੀਂ ਇੱਕੋ ਹੀ ਮੇਜਰਮੈਂਟ ਦੀ ਉਸੇ ਦੀ ਕਰ ਰਹੇ ਹਾਂ x ਦੀ। ਤਾਂ ਉਹਨੂੰ ਅਸੀਂ ਪਹਿਲੇ ਸਿਸਟਮ ਆਫ ਯੂਨਿਟ ਦੇ ਵਿੱਚ 1 ਜਾਊਲ ਲਿਖ ਲਿਆ, ਦੂਜੇ ਸਿਸਟਮ ਆਫ ਯੂਨਿਟ ਦੇ ਵਿੱਚ 10⁻⁷ ਅਰਗ ਲਿਖ ਲਿਆ। ਸੋ ਇਸ ਤਰ੍ਹਾਂ ਅਸੀਂ
ਡਾਇਮੈਂਸ਼ਨਲ ਐਨਾਲਿਸਿਸ ਦੀ ਹੈਲਪ ਦੇ ਨਾਲ ਤੇ ਕੁਆਂਟੀਟੀਜ਼ ਦੀ ਪ੍ਰੀਫਿਕਸਸ ਤੇ ਸਿੰਬਲਸ ਦੀ ਹੈਲਪ ਦੇ ਨਾਲ ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਇੱਕ ਸਿਸਟਮ ਆਫ ਯੂਨਿਟ ਤੋਂ ਦੂਸਰੇ ਸਿਸਟਮ ਦੇ ਵਿੱਚ ਜਾਣਾ ਹੈ। ਹੁਣ ਤੁਸੀਂ ਆਪਣੀ NCERT ਬੁੱਕ ਦੀ ਐਕਸਰਸਾਈਜ਼ ਦੇ ਵਿੱਚੋਂ ਇਸ ਚੈਪਟਰ ਦੇ ਜੋ ਲਾਸਟ ਦਿੱਤੀ ਗਈ ਹੈ ਉਹਦੇ ਵਿੱਚ ਫਿਲ ਇਨ ਦੀ ਬਲੈਂਕਸ ਟਾਈਪ ਦੇ ਇਦਾਂ ਦੇ ਕੁਐਸਚਨ ਦਿੱਤੇ ਗਏ ਹਨ। ਉਹ ਮੈਨੂੰ ਉਮੀਦ ਆ ਵੀ ਤੁਸੀਂ ਕਰਕੇ ਦੇਖੋਗੇ। ਐਂਡ ਇਫ ਦੇਰ ਇਜ਼ ਐਨੀ ਡਿਫੀਕਲਟੀ ਯੂ ਕੈਨ ਆਸਕ ਐਨੀ ਟਾਈਮ ਔਨ ਮੈਸੇਜ। ਸੋ ਮੈਨੂੰ ਉਮੀਦ ਆ ਵੀ ਅੱਜ ਦਾ ਜੋ ਲੈਕਚਰ ਹੈ ਤੁਹਾਨੂੰ ਫਾਇਦੇਮੰਦ ਹੋਏਗਾ। ਥੈਂਕ ਯੂ ਵੈਰੀ ਮੱਚ।